ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਦੇਸ਼ ਭਰ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾ ਰਹੇ ਹੈ। ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਇਸ ਨੂੰ ਅੰਮ੍ਰਿਤ ਕਾਲ ਦਾ ਵੇਲਾ ਵੀ ਕਿਹਾ ਔਰ ਨਾਲ ਹੀ ਉਹਨਾਂ ਨੇ ਅੰਮ੍ਰਿਤ ਮਹਾ ਉਤਸਵ ਦਾ ਨਾਮ ਹੀ ਦਿੱਤਾ। ਉਸ ਦੇ ਤਹਿਤ ਵੱਖ-ਵੱਖ ਸਮਾਗਮ ਕਰਕੇ ਆਜ਼ਾਦੀ ਦੇ ਅੰਦੋਲਨ ਦੇ ਸ਼ਹੀਦਾਂ ਨੂੰ, ਆਜ਼ਾਦੀ ਘੁਲਾਟੀਆਂ ਨੂੰ ਜਿੱਥੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉੱਥੇ ਇਸ 75 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਉਹਦੀ ਵੀ ਗੱਲ ਹੁੰਦੀ ਹੈ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਇਸੇ ਦੌਰਾਨ ਕਿ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇੱਕ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ। ਉਹ ਪਹਿਲ ਕਦਮੀ ਦੇ ਤਹਿਤ ਉਹਨਾਂ ਇਹ ਕਿਹਾ ਹੈਗਾ ਕਿ ਆਜ਼ਾਦੀ ਦੇ ਵੇਲੇ ਜਦੋਂ ਪੰਜਾਬ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਸਿੱਖ ਭਾਈਚਾਰੇ ਚੋਂ, ਹਿੰਦੂ ਭਾਈਚਾਰੇ ਚੋਂ, ਮੁਸਲਿਮ ਭਾਈਚਾਰੇ ਚੋਂ ਲਗਭਗ 10 ਲੱਖ ਪੰਜਾਬੀ ਜਿਹੜੇ ਹੈ ਉਹ ਮਾਰੇ ਗਏ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ 10 ਅਗਸਤ ਤੋਂ ਲੈ ਕੇ 16 ਅਗਸਤ ਤੱਕ ਜਿਹੜੇ ਹੈ ਪ੍ਰਾਰਥਨਾ ਸਭਾਵਾਂ ਕਰਨ ਲਈ ਕਿਹਾ ਔਰ ਬਕਾਇਦਾ ਉਹਨਾਂ ਨੇ 10 ਅਗਸਤ ਤੋਂ ਲੈ ਕੇ 16 ਅਗਸਤ ਤੱਕ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ, ਸੱਦਾ ਦਿੱਤਾ ਹੈ ਕਿ ਸਾਰਾ ਸਿੱਖ ਭਾਈਚਾਰਾ ਇਹਨਾਂ ਦਿਨਾਂ ਦੌਰਾਨ ਜਿਹੜੇ ਉਸ ਸਮੇਂ ਮਾਰੇ ਗਏ ਲੋਕ, ਪੰਜਾਬੀ ਮਾਰੇ ਗਏ, ਉਹਨਾਂ ਦੀ ਯਾਦ ਵਿੱਚ ਮੂਲ ਮੰਤਰ ਦਾ ਪਾਠ ਕਰੇ, ਜਪਜੀ ਸਾਹਿਬ ਦਾ ਪਾਠ ਕਰੇ ਤੇ ਇਸ ਤਰ੍ਹਾਂ ਜਿਹੜਾ ਅਕਾਲ ਤਖਤ ਦੇ ਉੱਤੇ 14 ਅਗਸਤ ਨੂੰ ਅਖੰਡ ਪਾਠ ਜਿਹੜਾ ਰੱਖਿਆ ਜਾਏਗਾ ਤੇ ਇੱਕ 10 ਲੱਖ ਪੰਜਾਬੀਆਂ ਦੀ ਯਾਦ ਦੇ ਵਿੱਚ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਲਈ 16 ਅਗਸਤ ਨੂੰ ਉਸਦੇ ਭੋਗ ਪੈ ਕੇ ਤੇ ਅਰਦਾਸ ਕੀਤੀ ਜਾਏਗੀ। ਇਸ ਦਾ ਸਮੁੱਚੇ ਪੰਜਾਬੀ ਭਾਈਚਾਰੇ ਨੇ ਦੇਸ਼ ਵਿਦੇਸ਼ ਦੇ ਵਿੱਚ ਹਰ ਜਗ੍ਹਾ ਤੇ ਇਸ ਸੱਦੇ ਦਾ ਜਿਹੜਾ ਸਵਾਗਤ ਕੀਤਾ ਗਿਆ ਔਰ ਇਸ ਗੱਲ ਨੂੰ ਇੱਕ ਬਹੁਤ ਵੱਡੀ ਪਹਿਲ ਕਦਮੀ ਦੇ ਤੌਰ ਤੇ ਵੀ ਲਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਹੈ ਕਿ 75 ਸਾਲਾਂ ਦੇ ਵਿੱਚ ਕਿਸੇ ਧਾਰਮਿਕ ਆਗੂ ਨੇ ਇਹ ਸਮੁੱਚਾ ਜੋ ਕੁਝ ਉਸ ਸਮੇਂ ਵਾਪਰਿਆ ਦੁਖਾਂਤ, ਉਸ ਨੂੰ ਕਿਸ ਢੰਗ ਨਾਲ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਇਹ ਪਿਛਲੇ ਬੇਸ਼ੱਕ ਕੁਝ ਸਮਿਆਂ ਤੋਂ ਕੁਝ ਵੱਖ-ਵੱਖ ਸੰਸਥਾਵਾਂ ਇਸ ਨੂੰ ਪਛਤਾਤਾਪ ਦਿਵਸ ਦੇ ਤੌਰ ਤੇ ਵੀ ਮਨਾਉਂਦੀਆਂ ਕਿ ਇਹ ਸਾਰਾ ਕੁਝ ਜੋ ਵਾਪਰਿਆ ਉਸ ਨੂੰ ਅਸੀਂ ਆਪਣਾ ਪਛਤਾਤਾਪ ਕਰਦੇ ਹਾਂ ਕਿ ਇਹ ਨਹੀਂ ਸੀ ਵਾਪਰਨਾ ਚਾਹੀਦਾ। ਔਰ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਹੋਰ ਜਿਹੜੀ ਬਹੁਤ ਵੱਡੀ ਗੱਲ ਕਹੀ ਹੈ ਨਾਲ ਹੀ, ਉਹ ਇਹ ਹੈ ਕਿ ਉਸ ਸਮੇਂ ਦੀ ਲੀਡਰਸ਼ਿਪ ਜਿਹੜੀ ਸੀ ਉਸ ਤੇ ਵੀ ਉਂਗਲੀ ਉਠਾਈ ਹੈ ਕਿ ਉਹ ਇਸ ਗੱਲ ਨੂੰ ਸਮਝ ਨਹੀਂ ਸਕੀ ਕਿ ਇਸ ਵੰਡ ਦੀ ਜਿਹੜੀ ਘਟਨਾ ਵਾਪਰਨ ਜਾ ਰਹੀ ਹੈ ਕਿ ਇਸ ਦਾ ਕੀ ਅਸਰ ਪੈਣਗੇ, ਕੀ ਮਾਰੂ ਅਸਰ ਸਮਾਜ ਤੇ ਪੈਣਗੇ, ਰਾਜਸੀ ਤੌਰ ਤੇ ਪੈਣਗੇ, ਆਰਥਿਕ ਤੌਰ ਤੇ ਪੈਣਗੇ, ਕਿੰਨੀਆਂ ਜਾਨਾਂ ਜਾਣਗੀਆਂ। ਸੋ ਇਹ ਸਾਰੀ ਜਿਹੜੀ ਉਹਨਾਂ ਨੇ ਸੱਦਾ ਦਿੱਤਾ ਹੈ ਤੇ ਜੋ ਕੁਝ ਉਹਨਾਂ ਕਿਹਾ ਇਹਦੇ ਤੇ ਚਰਚਾ ਅਸੀਂ ਅੱਜ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਨੇ ਖਾਸ ਕਰਕੇ ਸਿੱਖ ਭਾਈਚਾਰੇ ਤੇ ਸਿੱਖ ਰਾਜਨੀਤੀ ਤੇ ਖਾਸ ਕਰਕੇ ਸਿੱਖ ਸਮਾਜ ਦੇ ਅੰਦਰ ਜੋ ਕੁਝ ਪਿਛਲੇ ਸਮੇਂ 'ਚ ਵਾਪਰਿਆ ਉਸ ਦਾ ਬੜਾ ਉਹਨਾਂ ਨੇ ਡੂੰਘਾ ਅਧਿਐਨ ਕੀਤਾ ਤੇ ਉਹਨਾਂ ਦੀ ਇਹ ਸਾਰੇ ਦੇ ਬਾਰੇ ਇੱਕ ਆਪਣੀ ਰਾਏ ਹੈ ਤੇ ਉਹ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਸਾਰੇ ਨੂੰ ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ। ਸਿੱਧੂ ਸਾਹਿਬ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ। ਇਸ ਸਰ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸੱਦਾ ਦਿੱਤਾ ਹੈ, ਇਸ ਨੂੰ ਤੁਸੀਂ ਕਿਸ ਪਰਿਪੇਖ ਤੇ ਕਿਸ ਪ੍ਰਸੰਗ 'ਚ ਤੇ ਕਿੰਨਾ ਅਰਥਾਂ 'ਚ ਲੈਂਦੇ ਹੋ? ਦੇਖੋ, ਜਿਵੇਂ ਤੁਸੀਂ ਪਹਿਲਾਂ ਆਪ ਹੀ ਕਹਿ ਚੁੱਕੇ ਹੋ ਵੀ ਇਹ ਬਹੁਤ ਵੱਡੀ ਪਹਿਲ ਕਦਮੀ ਹੈ, 75 ਸਾਲਾਂ ਬਾਅਦ ਹੋਈ। ਇਹ ਤੋਂ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਇਸ ਕਿਸਮ ਦਾ ਜਿਹੜਾ ਅਸੀਂ ਦੇਖੋ ਇੱਕ ਹਿਸਟਰੀ ਆਪਣੇ ਆਪ ਵਿੱਚ ਬਹੁਤ ਇਸ ਕਿਸਮ ਦਾ ਸਬਜੈਕਟ ਹੈ, ਇਸ ਕਿਸਮ ਦਾ ਖੇਤਰ ਹੈ ਜਿਹਦੇ ਉੱਤੇ ਲਗਾਤਾਰ ਰਿਸਰਚ ਹੁੰਦੀ ਰਹਿੰਦੀ ਹੈ, ਖੋਜ ਹੁੰਦੀ ਰਹਿੰਦੀ ਹੈ, ਲਗਾਤਾਰ ਪੁਰਾਣੀਆਂ ਗੱਲਾਂ ਜਿਹੜੀਆਂ ਦਬੀਆਂ ਹੁੰਦੀਆਂ ਉਸ ਮੌਕੇ ਦੀਆਂ ਸਾਹਮਣੇ ਜ਼ਾਹਰ ਹੁੰਦੀਆਂ ਰਹਿੰਦੀਆਂ ਤੇ ਉਹਦੇ ਨਵੇਂ ਹਰ ਵਾਰੀ ਅਰਥ ਨਿਕਲਦੇ ਰਹਿੰਦੇ ਆ। ਹੁਣ ਜਿਹੜਾ ਇਹ ਅਰਥ ਕਾਫੀ ਦੇਰ ਦਾ ਨਿਕਲਦਾ ਸੀ, ਇਸ ਕਰਕੇ ਸਾਨੂੰ
ਪਹਿਲੀ ਗੱਲ ਤਾਂ ਮੈਂ ਜੇ ਪਿੱਛੇ ਤੋਂ ਥੋੜਾ ਜਿਹਾ ਇਤਿਹਾਸ ਲਵਾਂ, ਜ਼ਿਆਦਾ ਲੰਬਾ ਨਾ, ਉਹਦੇ 'ਚ ਇਹ ਆ ਵੀ ਬੜੀ ਸੋਹਣੀ ਕਨਸਟੀਟਿਊਸ਼ਨਲ ਡਿਵੈਲਪਮੈਂਟ ਇਸ ਦੇਸ਼ ਦੀ ਹੋ ਰਹੀ ਸੀ ਆਜ਼ਾਦੀ ਦੇ ਦਿਨਾਂ 'ਚ, 40 ਤੋਂ ਪਹਿਲਾਂ ਤੱਕ। 1940 ਤੋਂ ਪਹਿਲਾਂ ਤਾਂ ਕਨਸਟੀਟਿਊਸ਼ਨ ਬਣ ਰਿਹਾ ਸੀ ਸਾਰਾ, ਉਸ ਕਿਸਮ ਦਾ ਸਾਰੇ ਬੰਦੇ ਸਹਿਮਤ ਸੀ। 40 ਤੋਂ 42 46 ਤੱਕ ਤਾਂ ਇੱਥੋਂ ਤੱਕ ਵੀ ਹੋ ਗਿਆ ਸੀਗਾ, 46 ਚ ਆ ਕੇ ਵੀ ਕੈਬਨਿਟ ਮਿਸ਼ਨ ਬਣਾ ਕੇ ਅਸੀਂ ਦੇਸ਼ ਇਕੱਠਾ ਰੱਖੀਏ, ਤਾਂ ਇਹ ਅਸੀਂ ਉਹਦੇ ਵਿੱਚੋਂ ਸਟੇਟਾਂ ਨੂੰ, ਸੂਬਿਆਂ ਨੂੰ ਵੱਧ ਅਧਿਕਾਰ ਦੇ ਕੇ ਸੈਂਟਰ ਕੋਲੇ ਕੁਛ ਅਧਿਕਾਰ ਦੇ ਕੇ ਦੇਸ਼ ਨੂੰ ਇਕੱਠਾ ਰੱਖੀਏ। ਤੇ ਇਸ ਤਰੀਕੇ ਨਾਲ ਅਸੀਂ ਇਹ ਇੰਨਾ ਜਿਹੜਾ ਬਹੁਤ ਡਿਵਰਸਿਟੀ ਵਾਲਾ ਦੇਸ਼ ਹੈ ਉਸ ਨੂੰ ਇਸੇ ਤਰੀਕੇ ਨਾਲ ਇਕੱਠਾ ਰੱਖਿਆ ਜਾਂਦਾ। ਸਾਰੀ ਇਸ ਕਿਸਮ ਦੀ ਕਾਨੂੰਨੀ ਜਿਹੜੀ ਕਨਸਟੀਟਿਊਸ਼ਨਲ ਡਿਵੈਲਪਮੈਂਟ ਹੋਈ ਸੀ ਤੇ ਸਾਨੂੰ ਟ੍ਰਾਂਸਫਰ ਆਫ ਪਾਵਰ ਹੋ ਜਾਣੀ ਸੀਗੀ। ਉਦੋਂ ਪਿੱਛੋਂ ਦੇਸ਼ ਤੇ ਸਮੁੱਚਾ ਇਹ ਸਬ ਕੰਟੀਨੈਂਟ ਹੀ ਇਕੱਠਾ, ਜਿੱਡਾ ਵੱਡਾ ਦੇਸ਼ ਇਕੱਠਾ ਰਹਿਣਾ ਸੀ ਇੰਡੀਆ। ਅੱਛਾ, ਬਦਕਿਸਮਤੀ ਹੋਈ ਵੀ ਇਹਦੇ ਨਾਲ ਹੀ 40-37 ਦੀਆਂ ਇਲੈਕਸ਼ਨਾਂ ਤੋਂ ਬਾਅਦ 1940 ਤੋਂ 40 ਚ ਸਮਝੋ ਮੋਟੇ ਲੈਵਲ ਤੇ ਵੀ ਫਿਰਕਾ ਪ੍ਰਸਤੀ ਦਾ ਮਾਹੌਲ ਇੱਥੇ ਵਧਣਾ ਸ਼ੁਰੂ ਹੋਇਆ। ਪਾਕਿਸਤਾਨ ਮੁਸਲਿਮ ਲੀਗ ਨੇ ਪਾਕਿਸਤਾਨ ਦਾ ਜਿਹੜਾ ਆਪਣਾ ਰੈਜ਼ੋਲੂਸ਼ਨ ਮਤਾ ਪਾਸ ਕਰਤਾ। ਫਿਰ ਉਹ ਹਜੇ ਤੱਕ ਵੀ ਲੋਕ ਤਿਆਰ ਨਹੀਂ ਸੀ। ਜੇ ਅਸੀਂ ਕਹੀਏ ਵੀ ਇਹ ਸਾਰੇ ਦਾ ਵੱਡਾ ਨੁਕਸਾਨ ਕਿਹਨੂੰ ਹੋਇਆ ਜਦੋਂ ਫਿਰਕਾ ਪ੍ਰਸਤੀ ਦਾ ਮਾਹੌਲ ਖੜਾ ਹੋਇਆ, ਤਾਂ ਅਸੀਂ ਕਹਿ ਸਕਦੇ ਹਾਂ ਵੰਡ ਵੀ ਪੰਜਾਬ ਦੀ ਹੋਈ ਹੈ, ਨੁਕਸਾਨ ਵੀ ਸਭ ਤੋਂ ਵੱਡਾ ਪੰਜਾਬ ਦਾ ਹੋਇਆ। ਪੰਜਾਬ ਦੀ ਵੰਡ ਹੋਈ ਤੇ ਬੰਗਾਲ ਦੀ ਵੰਡ ਹੋਈ ਹੈ, ਪਰ ਬੰਗਾਲ ਦੇ ਵਿੱਚ ਇੰਨੇ ਕਤਲੇਆਮ ਨਹੀਂ ਹੋਇਆ ਜਿੰਨਾ ਪੰਜਾਬ 'ਚ ਹੋਇਆ। ਪੰਜਾਬ 'ਚ 10 ਲੱਖ ਬੰਦਾ ਮਾਰਿਆ ਗਿਆ। ਹੁਣ ਇੰਨਾ ਵੱਡਾ ਕਤਲੇਆਮ ਹੋਣਾ ਤੇ ਤੁਸੀਂ ਕਰੋੜ ਦੇ ਲਗਭਗ ਲੋਕ ਘਰੋਂ ਬੇਘਰ ਹੋ ਗਏ ਤੇ ਪਾਪੂਲੇਸ਼ਨ 2-2.5 ਕਰੋੜ 3 ਕਰੋੜ ਤੋਂ ਥੱਲੇ ਦੀ ਪਾਪੂਲੇਸ਼ਨ ਸੀ। ਸਾਰੀ ਹਿੱਲ ਗਈ ਪੰਜਾਬ ਦੀ। ਪੰਜਾਬ ਵੀ ਕੋਈ ਛੋਟਾ ਨਹੀਂ ਸੀ, ਕਾਬਲ ਤੋਂ ਲੈ ਕੇ ਦਿੱਲੀ ਤੱਕ ਦੇ ਪੰਜਾਬ ਵਿੱਚ ਇੰਨਾ ਖਿੱਤੇ ਵਿੱਚ ਗੜਬੜ ਹੋਈ। ਤੁਸੀਂ ਇਹ ਦੇਖੋ ਫਿਰ ਅਸੀਂ ਇੱਕ ਦੂਜੇ ਨੂੰ ਮਾਰਿਆ ਕਿਵੇਂ, ਜਥੇ ਬਣਾ ਮਾਰਿਆ, ਇਕੱਠੇ ਹੋ ਕੇ ਮਾਰਿਆ। ਹਰ ਫੌਜੀ ਸਾਡੇ ਜਿਹੜੇ ਖਾਸ ਕਰਕੇ ਜਿਨ੍ਹਾਂ ਬੰਦਿਆਂ ਨੇ ਲਾ ਐਂਡ ਆਰਡਰ ਮੇਨਟੇਨ ਕਰਨਾ ਸੀ, ਉਹ ਜਿਹੜੀ ਜੇ ਮੁਸਲਿਮ ਪੁਲਿਸ ਸੀ ਤਾਂ ਮੁਸਲਮਾਨ ਬਣ ਗਈ, ਸਿੱਖ ਪੁਲਿਸ ਸੀ ਤਾਂ ਸਿੱਖ ਬਣ ਗਈ, ਹਿੰਦੂ ਵਾਲੇ ਸੀ ਉਹ ਹਿੰਦੂ ਬਣ ਗਏ, ਉਹ ਮੁਸਲਮਾਨ। ਇਸ ਕਰਕੇ ਪੁਲਿਸ ਵੀ ਫਿਰਕਾ ਪ੍ਰਸਤ ਹੋ ਗਈ, ਕਮਿਊਨਲਾਈਜ਼ ਹੋ ਗਈ ਸੀ ਸਾਰਾ ਕੁਝ। ਇਸ ਰੋਕਣ ਵਾਲਾ ਕੋਈ ਨਹੀਂ ਸੀ ਰਿਹਾ। ਸਡਨਲੀ ਸਰਕਾਰ ਹੈ ਜਿਹੜੀ ਬ੍ਰਿਟਿਸ਼ ਸਰਕਾਰ ਹੈ, ਉਹ ਆਪਣੇ ਆਪ ਨੂੰ ਸੇਫ ਕਰਕੇ, ਆਪਣੀਆਂ ਪ੍ਰਾਪਰਟੀਆਂ ਨੂੰ ਸੇਫ ਕਰਕੇ, ਸਾਨੂੰ ਲੜਾ ਕੇ ਤੇ ਉਹ ਵਿਡਰਾ ਕਰ ਗਏ। ਵਿਡਰਾ ਇਸ ਤਰੀਕੇ ਨਾਲ ਕਰ ਖੁੱਲਾ ਛੱਡ ਕੇ ਮੈਦਾਨ ਜੀ ਦੇ ਵਿੱਚੋਂ ਕਤਲੇਆਮ ਸਾਡਾ ਬਹੁਤ ਜ਼ਿਆਦਾ ਹੋਇਆ। ਅਸੀਂ ਸਡਨਲੀ 46 ਤੋਂ ਬਾਅਦ ਪੰਜਾਬ ਕੁਝ ਮਹੀਨਿਆਂ ਦੇ ਅੰਦਰ ਹੀ, ਜਿਵੇਂ ਹੁਣ ਹਜੇ ਤੱਕ ਸਾਰੀਆਂ ਲਿਖਤਾਂ ਪਈਆਂ ਵੀ ਦਸੰਬਰ 46 ਤੱਕ ਵੀ ਲੋਕ ਇਕੱਠੇ ਬੈਠ ਕੇ ਰੈਸਟੋਰੈਂਟਾਂ ਹੋਟਲਾਂ ਵਿੱਚ ਰੋਟੀ ਖਾਂਦੇ ਸੀਗੇ, ਸਾਰੇ ਇਕੱਠੇ, ਸਾਰੇ ਚਾਹ ਪੀਂਦੇ ਸੀ ਜਾ ਕੇ ਢਾਬਿਆਂ ਤੇ ਸਾਰੇ। ਸਡਨਲੀ ਫਿਰ ਦਸੰਬਰ ਤੋਂ ਬਾਅਦ ਜਨਵਰੀ ਫਰਵਰੀ ਚੜ੍ਹਿਆ ਨਹੀਂ ਤੇ ਮਾਰ ਮਰਾਈ ਸ਼ੁਰੂ ਹੋ ਗਈ। ਇਹ ਇੰਨਾ ਸੰਤਾਪ ਜਿਹੜਾ ਪੰਜਾਬ ਨੇ ਭੋਗਿਆ। 3-4 ਲੱਖ ਔਰਤਾਂ ਜਿਹੜੀਆਂ ਦੀ ਬੇਪੱਤੀ ਹੋਈ, ਇਹ ਬੱਚੇ ਮਾਰੇ ਗਏ। ਇਹ ਸਾਰੇ ਦੇ ਲਈ ਕੌਣ ਜ਼ਿੰਮੇਵਾਰ ਸੀ? ਸਡਨਲੀ ਕਿਹਨੇ ਸਾਨੂੰ ਇਸ ਕਿਸਮ ਦਾ ਫਿਰਕਾ ਪ੍ਰਸਤ ਮਾਹੌਲ ਦੀ ਪਾਣ ਚਾੜਤੀ ਸਾਰੇ? ਤੇ ਅੰਮ੍ਰਿਤਾ ਪ੍ਰੀਤਮ ਦੇ ਕਹਿਣ ਨੂੰ ਕਿਹਨੇ ਇਹ ਜ਼ਹਿਰ ਮਿਲਾਤੀ ਸਾਡੇ ਪਾਣੀਆਂ 'ਚ? ਇਸ ਗੱਲ ਦਾ ਸਾਨੂੰ ਮੁਲਾਂਕਣ ਕਰਨਾ ਹੀ ਬਣਦਾ ਤੇ ਅਸੀਂ ਕਰਨਾ ਚਾਹੀਦਾ ਸੀਗਾ ਸਾਨੂੰ। ਉਹ ਬੜਾ ਲੇਟ ਹੋਇਆ। ਇਸ ਅਰਦਾਸ ਦੇ ਜਿਹੜਾ ਅਕਾਲ ਤਖਤ ਉੱਤੇ ਅਰਦਾਸ ਹੋ ਰਹੇ ਆ, ਇਸ ਬਹਾਨੇ ਅਸੀਂ ਰਿਵਿਊ ਕਰਾਂਗੇ ਆਪਣੇ ਆਪ ਨੂੰ। ਰਿਵਿਊ ਕਰਨ ਦਾ ਮਤਲਬ ਅੱਗੇ ਨੂੰ ਇਹੋ ਜਿਹਾ ਕੁਛ ਨਾ ਹੋ ਸਕੇ, ਅਸੀਂ ਉਦੋਂ ਸਿੱਖੀਏ। ਹਿਸਟਰੀ ਦਾ ਜੇ ਸਹੀ ਰਿਵਿਊ ਹੁੰਦਾ ਤਾਂ ਅਸੀਂ ਉਹਦੇ ਚੋਂ ਫਿਊਚਰ ਲਈ ਆਪਣੀ ਕੋਈ ਐਕਸ਼ਨ ਪਲਾਨ ਕੱਢਦੇ ਹਾਂ ਜਾਂ ਆਪਣੇ ਆਪ ਨਿਕਲ ਆਉਂਦੀ ਆ ਫਿਰ ਜੇ ਅਸੀਂ ਸਹੀ ਮੁਲਾਂਕਣ ਕਰ ਲਈਏ। ਇਸ ਕਰਕੇ ਇਹ ਆਪਣੇ ਆਪ ਦਾ ਜੋ ਅਕਾਲ ਤਖਤ ਦਾ ਸੱਦਾ ਹੈ, ਇਹ ਬਹੁਤ ਹੀ ਅਹਿਮੀਅਤ ਹੈ। ਇਹ ਦੂਜੀਆਂ 3 ਕਮਿਊਨਿਟੀਆਂ ਦੇ ਵਿੱਚੋਂ ਦੂਜੀਆਂ 2 ਕਮਿਊਨਿਟੀਆਂ ਇਸ ਗੱਲ ਦੇ ਜੇ ਪਿੱਛੇ ਆ, ਉਹਨਾਂ ਨੂੰ ਵੀ ਕੋਈ ਨਾ ਕੋਈ ਇਹਦੇ ਤੇ ਰਿਸਪੌਂਸ ਦੇਣਾ ਪਏਗਾ, ਕੋਈ ਪ੍ਰਤੀਕਰਮ, ਪੋਜ਼ਿਟਿਵ ਪ੍ਰਤੀਕਰਮ ਹੀ ਲੈ ਕੇ ਆਉਣਗੇ। ਉਹਨਾਂ ਨੇ ਆਪਣੇ ਸੱਦੇ ਦੇ ਵਿੱਚ ਜਿਹੜੇ ਦੂਸਰੇ ਭਾਈਚਾਰੇ ਆ, ਹਿੰਦੂ ਭਾਈਚਾਰਾ, ਮੁਸਲਿਮ ਭਾਈਚਾਰਾ ਹੈ, ਉਹਨਾਂ ਦੇ ਵੀ ਸੱਦਾ ਦਿੱਤਾ ਹੈ ਕਿ ਉਹਨਾਂ ਦੇ ਪ੍ਰਤੀਨਿਧ ਉੱਥੇ ਜਿਹੜੀ ਸਮੂਹਕ ਅਰਦਾਸ ਹੈ ਉਹਦੇ ਸ਼ਾਮਲ ਹੋ ਸਕਦੇ ਆ, ਪਰ ਉਹ ਆਪੋ ਆਪਣੇ ਧਾਰਮਿਕ ਸਥਾਨਾਂ 'ਚ ਜਾ ਕੇ ਵੀ ਜਿਹੜੇ ਉਸ ਭਾਈਚਾਰੇ ਦੇ ਲੋਕ ਉਸ ਸਮੇਂ ਮਾਰੇ ਗਏ ਉਹਨਾਂ ਦੇ ਲਈ ਪ੍ਰਾਰਥਨਾ ਕਰ ਸਕਦੇ ਆ। ਇਹ ਗੱਲ ਵੀ ਉਹਨਾਂ ਕਹੀ। ਇੱਕ ਉਹਨਾਂ ਨੇ ਸਾਹਿਬ ਜਿਹੜਾ ਨਾਲ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਵੰਡ ਜਿਹੜੀ ਹੈ ਇਹ 2 ਨੇਸ਼ਨ ਥਿਊਰੀ ਦਾ ਸਿੱਟਾ ਹੈ। ਆਓ, ਇਸ ਦੇ ਉੱਤੇ ਬੜੀ ਹੈਰਾਨੀ ਵਾਲੀ ਗੱਲ ਹੈ। ਤੁਸੀਂ ਇਹ ਦੇਖੋ ਵੀ ਜਦੋਂ ਜਿਨਾਹ ਨੇ ਜਾਂ ਮੁਸਲਿਮ ਲੀਗ ਨੇ ਮਸਲਾ ਚੱਕਿਆ ਵੀ ਅਸੀਂ ਇੱਥੇ ਦੋ ਕੌਮਾਂ ਦੀ ਥਿਊਰੀ ਦਿੱਤੀ ਤੇ ਵੀ ਅਸੀਂ ਇੱਥੇ 2 ਕੌਮਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਉਹ ਭਾਰਤ ਦੇ ਪ੍ਰਸੰਗ 'ਚ ਦਿੱਤੀ ਸੀ। ਭਾਰਤ ਦੇ ਪ੍ਰਸੰਗ 'ਚੋਂ 2 ਟੁਕੜੇ ਕਰ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ। ਕੀਤਾ ਆ ਕੇ ਪੰਜਾਬ ਦਾ ਟੁਕੜਾ ਤੇ ਪੰਜਾਬ 'ਚ ਵੰਡ ਟੁਕ ਹੋਈ ਸਾਰੀ।
ਇਸ ਕਰਕੇ ਅਸੀਂ ਕਹਿੰਦੇ ਉਹਦਾ ਮੁੱਲ ਸਾਰੀ ਪੰਜਾਬ ਦੀ ਪੋਲਿਟਿਕਸ ਦਾ, ਪੰਜਾਬ ਦੇਸ਼ ਦੀ ਪੋਲਿਟਿਕਸ ਦਾ ਪੰਜਾਬ ਨੇ ਤਾਰਿਆ। ਪੰਜਾਬ ਚ ਆ ਕੇ ਸਾਰਾ ਕੁਝ ਹੋਇਆ ਕਿ ਨਾ, ਪਹਿਲਾਂ ਹੋਰ ਤਾਂ ਕਿਤੇ ਨਹੀਂ ਹੋਇਆ। ਇਸ ਕਰਕੇ ਇੱਥੋਂ ਤੱਕ ਵੀ ਉੱਥੇ ਵੀ 30% 27, 28, 30% ਦੇ ਨੇੜੇ ਤੇੜ ਹਿੰਦੂ ਪਾਪੂਲੇਸ਼ਨ, ਹਿੰਦੂ ਬੰਗਾਲੀ, ਬੰਗਲਾਦੇਸ਼ ਵਾਲਾ ਹੁਣ ਬਾਅਦ ਚ ਬੰਗਲਾਦੇਸ਼ ਬਣਿਆ, ਉਦੋਂ ਈਸਟ ਪਾਕਿਸਤਾਨ ਸੀ, ਉੱਥੇ ਪਹੁੰਚ ਗਈ ਸੀ। ਉਹ ਪਾਪੂਲੇਸ਼ਨ ਬੈਠੀ ਰਹੀ ਆ। ਉਹ ਪਾਪੂਲੇਸ਼ਨ ਉਹਨਾਂ ਦੇ ਹਿੰਦੂ ਜਿਹੜੇ ਲੀਡਰ ਸੀ, ਉਹ ਉਹਨਾਂ ਦੀ ਵਿਧਾਨ ਘੜਨੀ ਜਿਹੜੀ ਸਭਾ ਸੀਗੀ ਪਾਕਿਸਤਾਨ ਦੀ, ਉਹਦੇ ਮੈਂਬਰ ਵੀ ਬਣੇ। ਉੱਥੇ ਕੋਈ ਐਡੀ ਗੜਬੜ ਇਸ ਲੈਵਲ, ਸਾਡੇ ਲੈਵਲ ਤੇ ਐਡੀ ਗੜਬੜ ਹੋਈ ਵੀ ਅਸੀਂ ਦੋਨੋਂ ਸਾਈਡਾਂ ਤੋਂ ਸਫਾਇਆ ਹੀ ਕਰਤਾ। ਜਿਵੇਂ ਉਧਰਲੇ ਪਾਸੇ ਸਾਨੂੰ ਲਾਹੌਰ ਐਰਾ ਵਗੈਰਾ ਵਿੱਚੋਂ ਅਸੀਂ ਸਫਾਇਆ ਬਿਲਕੁਲ ਕਰਤਾ ਹਿੰਦੂ ਸਿੱਖਾਂ ਦਾ। ਇੱਧਰਲੇ ਪਾਸੇ ਅਸੀਂ ਸ਼ੁਰੂ ਕੀਤਾ, ਅਸੀਂ 6 ਲੱਖ, ਅਸੀਂ ਇੱਕ ਦੂਜੇ ਦਾ ਸਫਾਇਆ ਬਹੁਤ ਭੈੜੇ ਤਰੀਕੇ ਨਾਲ ਕੀਤਾ। ਹਾਂ, ਮੈਨੂੰ ਆਵਾਜ਼ ਆ ਰਹੀ ਹੈ? ਉਹ ਠੀਕ ਹੈ ਜੀ। ਅਸੀਂ ਇੱਕ ਦੂਜੇ ਦਾ ਸਫਾਇਆ ਬਹੁਤ ਭੈੜੇ ਤਰੀਕੇ ਨਾਲ ਕੀਤਾ। ਉਹਨਾਂ ਨੇ 4 ਲੱਖ ਹਿੰਦੂ ਸਿੱਖ ਪਾਕਿਸਤਾਨ ਵਾਲੀ ਸਾਈਡ ਚੋਂ ਪੱਛਮੀ ਪੰਜਾਬ ਚੋਂ ਕੱਢਤੇ। ਅਸੀਂ ਪੂਰਬੀ ਪੰਜਾਬ ਵਿੱਚੋਂ 6 ਲੱਖ ਮੁਸਲਮਾਨ ਮਾਰੇ, ਤੇ ਬਾਕੀ ਸਾਰੇ ਅਸੀਂ ਵੀ ਸਾਫ਼ ਕਰਤਾ ਬਿਲਕੁਲ। ਇੱਥੇ ਕੋਈ ਥੋੜਾ ਕਿਹੜਾ ਮੁਸਲਮਾਨ ਬਚਿਆ, ਉਹਨਾਂ ਨੇ ਤਾਂ ਇੱਕ ਬੰਦਾ ਨਹੀਂ ਛੱਡਿਆ। ਸਾਰੇ ਇਹ ਹਿੰਦੂ ਸਿੱਖਾਂ ਦਾ ਲਾਹੌਰ ਤੇ ਹੋਰ ਸਾਰੇ ਜਿਹੜੇ ਪੰਜਾਬ ਦੇ ਸ਼ਹਿਰ ਸੀ, ਸਾਰੇ ਕਿਤੇ ਨਹੀਂ ਛੱਡਿਆ, ਕਿਸੇ ਪਿੰਡਾਂ 'ਚ ਨਹੀਂ ਛੱਡਿਆ। ਇਹ ਜਿਹੜਾ ਸਫਾਇਆ ਕੀਤਾ, ਜਿਹਨੂੰ ਅਸੀਂ ਕਹਿੰਦੇ ਪੰਜਾਬ ਨੂੰ ਖੂਨ ਖਰਾਬਾ ਹੋਇਆ, ਪੰਜਾਬ ਦੀ ਐਥਨਿਕ ਲੈਵਲ ਦੀ ਜਿਹੜੀ ਸਫਾਈ ਹੋਈ ਇਸ ਤਰੀਕੇ ਨਾਲ, ਇਹ ਆਪਣੇ ਆਪ ਵਿੱਚ ਇੱਕ ਵੱਖਰਾ ਵਰਤਾਰਾ ਹੈ, ਜਿਹਦਾ ਸਾਨੂੰ ਪਹਿਲਾਂ ਹੀ ਇਹਦਾ ਮੁਲਾਂਕਣ ਕਰਨਾ ਚਾਹੀਦਾ ਸੀ। ਅੱਜ ਤੋਂ 8-10 ਸਾਲ ਪਹਿਲਾਂ, 20 ਸਾਲ ਪਹਿਲਾਂ ਅਸੀਂ ਨਹੀਂ ਕੀਤਾ। ਅਸੀਂ ਉਹੀ ਦੇਸ਼ ਦੀ ਆਜ਼ਾਦੀ ਦੇ ਵੱਡੇ ਆਜ਼ਾਦੀ ਦੇ ਸੋਹਲੇ ਗਾਉਂਦੇ ਹੋਏ ਆਪਣੇ ਦੁੱਖ ਦਰਦ ਉੱਤੇ ਮੱਲ ਲਾਉਂਦੇ ਰਹੇ ਆ। ਉਹ ਲੱਗੀ ਨਹੀਂ ਗਈ, ਉਹ ਨਿਕਲਿਆ ਸਾਰਾ ਕੁਝ। ਸਿੱਖਾਂ ਦੇ ਬਾਰੇ ਮੈਂ ਸਪੈਸ਼ਲ ਕਹਿਣਾ ਚਾਹੂੰ, ਸਿੱਖਾਂ ਨੇ ਆਪਦੀ ਕਰਮ ਭੂਮੀ ਗੁਰੂਆਂ ਦੀ, ਜਿੱਥੇ ਸਿੱਖ ਧਰਮ ਪੈਦਾ ਹੋਇਆ, ਉਹਦਾ ਵੱਡਾ ਹਿੱਸਾ 70-80% ਕਰਮ ਭੂਮੀ ਸਾਰੀ ਉੱਥੇ ਪਾਕਿਸਤਾਨ 'ਚ ਰਹਿ ਗਈ ਹੈ। ਪਾਕਿਸਤਾਨ ਪੰਜਾਬ 'ਚ ਹੈ, ਲਹਿੰਦੇ ਪੰਜਾਬ 'ਚ ਹੈ। ਇਹ ਇਸ ਕਰਕੇ ਇਹਨਾਂ ਦਾ ਜਿਹੜਾ ਦੇਖੋ, ਕਿਸੇ ਦੀ ਜਿਹੜੀ ਜਨਮ ਭੂਮੀ ਵੀ ਹੈ ਸਾਰੀ, ਉਹ ਸਾਰਾ ਉਧਰ ਰਹਿ ਜੇ, ਉਸ ਕਿਸੇ ਅਕੀਦੇ ਦਾ ਵੀ, ਉਹ ਆਪਣੇ ਆਪ 'ਚ ਬਹੁਤ ਵੱਡਾ ਨੁਕਸਾਨ ਹੁੰਦਾ। ਉਹ ਤੁਸੀਂ ਹਿਸਟਰੀ ਛੱਡੀ ਆ 400 ਸਾਲ ਦੀ, ਪਿਛਲੀ 500 ਸਾਲ ਦੀ ਉਧਰਲੇ ਪਾਸੇ, ਤੇ ਉੱਥੇ ਫਿਰ ਗੁਰਦੁਆਰਿਆਂ ਦੇ ਵਿੱਚ ਫਿਰ ਡੰਗਰੀ ਵੱਜਣੇ ਸੀ, ਉੱਥੇ ਵੱਜੇ ਸਾਰਾ ਕੁਝ। ਤੁਸੀਂ ਇਸ ਕਰਕੇ ਮੁਸਲਮਾਨਾਂ ਨੇ ਵੀ ਨੁਕਸਾਨ ਕੀਤਾ। ਮੁਸਲਮਾਨਾਂ ਦੇ ਜੇ ਕਿਤੇ ਪਾਕਿਸਤਾਨ ਦੀ ਇਸ ਕਿਸਮ ਦੀ ਕਿਤੇ ਨਾ ਕਿਤੇ ਸੁਸਾ, ਫਿਰ ਇਹ ਵੀ ਗੱਲ ਹੈ, ਜਿਹੜੀ ਗੱਲ ਜਥੇਦਾਰ ਹੋਣਾ ਨੇ ਵੀ ਕਹੀ ਹੈ ਕਿ ਜਿਹੜੀ ਉਸ ਮੌਕੇ ਦੀ ਲੀਡਰਸ਼ਿਪ ਸੀ, ਚਾਹੇ ਸਿੱਖ ਲੀਡਰਸ਼ਿਪ ਸੀ, ਚਾਹੇ ਦੂਸਰੀ ਲੀਡਰਸ਼ਿਪ ਸੀ, ਉਹ ਇਹ ਸਾਰੇ ਦੇ ਮਾਰੂ ਅਸਰਾਂ ਨੂੰ ਸਮਝ ਨਹੀਂ ਸਕੀ ਕਿ ਹੋਣ ਕੀ ਜਾ ਰਿਹਾ। ਬਿਲਕੁਲ ਨਹੀਂ ਸਮਝ ਸਕੀ। ਵੀ ਤੁਸੀਂ ਦੇਖੋ ਵੀ ਹਜੇ ਤੱਕ ਜਿਹੜੇ ਸਿਆਣੇ ਆਲਮ ਫਾਜ਼ਲ ਹੈ, ਉਹ ਬੰਦੇ ਕਹਿੰਦੇ ਆ ਮੁਸਲਮਾਨਾਂ ਦੀ, ਜਿਵੇਂ ਹੁਣ ਮਤਲਬ ਕਿ ਮੌਲਾਨਾ ਆਜ਼ਾਦ ਕਹਿੰਦਾ ਸੀ, ਉਹ ਬਈ ਉਹ ਤੁਸੀਂ ਪਾਕਿਸਤਾਨ ਨਾ ਬਣਾਓ, ਮੁਸਲਮਾਨਾਂ ਨੂੰ, ਮੁਸਲਿਮ ਲੀਗ ਨੂੰ ਕਹਿੰਦਾ ਸੀ ਤੁਸੀਂ 1000 ਸਾਲ ਰਾਜ ਕੀਤਾ ਸਾਰੇ ਇੰਡੀਆ ਤੇ, 1000 ਸਾਲ ਦੀਆਂ ਤੁਹਾਡੀਆਂ ਪਵਿੱਤਰ ਤੇ ਦੂਜੀਆਂ ਹਿਸਟੋਰੀਕਲ ਥਾਵਾਂ ਸਾਰੀਆਂ ਤੋਂ ਤੁਸੀਂ ਵਾਂਝੇ ਹੋ ਜਾਓਗੇ। ਉਹ ਹੋ ਗਏ ਆ। ਹੁਣ ਔਰੰਗਜ਼ੇਬ ਰੇਡ ਦੌੜ ਦਾ ਨਾਮ ਤਾਂ ਹੀ ਬਦਲਿਆ ਗਿਆ ਕਿ ਸਾਰਾ ਕੁਝ। ਹੁਣ ਇਸ ਕਰਕੇ ਇਹ ਜਿਹੜਾ ਆਪਣੇ ਆਪ 'ਚ ਤੌਰ ਤਰੀਕਾ, ਸਿੱਖਾਂ ਨੇ ਤਾਂ ਸਿੱਖਾਂ ਦੀ ਪਾਪੂਲੇਸ਼ਨ 10% ਸੀ ਪੰਜਾਬ ਦੇ ਵਿੱਚ, 30% ਜ਼ਮੀਨ ਦੇ ਉੱਤੇ ਉਹਨਾਂ ਦਾ ਕਲਟੀਵੇਬਲ ਚੰਗੀ ਜ਼ਮੀਨ ਉੱਤੇ ਕਬਜ਼ਾ ਸੀ। ਇਸ ਕਰਕੇ ਇਹ ਵੱਡੇ ਨੁਕਸਾਨ ਸਿੱਖਾਂ ਨੇ ਬਹੁਤ ਜ਼ਿਆਦਾ ਝੱਲੇ। ਬਿਜ਼ਨਸ ਹਿੰਦੂਆਂ ਨੇ ਵੀ ਬਹੁਤ ਚੱਲਿਆ, ਬਿਜ਼ਨਸ ਸਾਰਾ ਹਿੰਦੂਆਂ ਕੋਲੇ ਸੀ, ਸਾਰਾ ਇਹ ਪੱਛਮੀ ਪੰਜਾਬ ਦੇ ਵਿੱਚ ਵੀ, ਤੇ ਇਸ ਕਰਕੇ ਨੁਕਸਾਨ ਉਹਨਾਂ ਦਾ ਹੀ ਬਹੁਤ ਹੋਇਆ। ਮੁਸਲਮਾਨ ਤਾਂ ਰਿਲੇਟਿਵਲੀ ਕਾਮਨ ਮੈਨ ਸੀ ਜਾਂ ਉਹਨਾਂ ਦੇ ਨਵਾਬ ਸੀ। ਉਹ ਜਿਹੜੀ ਨਵਾਬੀ ਹਜੇ ਤੱਕ ਵੀ ਉੱਥੇ ਚੱਲੀ ਜਾ ਰਹੀ ਹੈ, ਇਹ ਉਸੇ ਵੇਲੇ ਦੀ ਸੀ। ਤੇ ਮੁਸਲਿਮ ਲੀਗ ਸਾਰੀ ਨਵਾਬਾਂ ਦੀ ਪਾਰਟੀ ਸੀ, ਉਹਨਾਂ ਵਿੱਚ ਥੱਲੇ ਵਾਲਾ ਤਾਂ ਮੁਸਲਮਾਨ ਹੈ ਹੀ ਨਹੀਂ ਸੀ, ਤੇ ਉਹਨਾਂ ਨੇ ਆਪਦੇ ਇੰਟਰਸਟ ਸੇਫ ਕਰਨੇ ਸੀਗੇ। ਇਸੇ ਕਰਕੇ ਮੁਸਲਮਾਨ ਦੀ ਉਹ ਜਿਹੜੀ ਇਸਲਾਮ ਦੀ ਜਾਂ ਵੱਖਰੇ ਪਾਕਿਸਤਾਨ ਦੀ ਨਹੀਂ ਉਹਨਾਂ ਨੇ ਰੱਖੀ, ਜਾਂ ਉਹਦੇ ਲਈ ਜਦੋਜਹਿਦ ਕੀਤੀ। ਅੱਛਾ, ਫਿਰ ਇਹਨੂੰ, ਹਾਂਜੀ, ਫਿਰ ਇਹਨੂੰ ਜਿਸ ਤਰ੍ਹਾਂ ਤੁਸੀਂ ਇਹ ਆਪਾਂ ਗੱਲ ਕੀਤੀ ਹੈ, ਤੁਸੀਂ ਪਹਿਲਾਂ ਕਿ ਆਪਾਂ 2 ਨੇਸ਼ਨ ਸਟੋਰੀ ਦੇ ਜਿਹੜੀ ਹੈ ਜਿਹੜੀ ਸਾਰਾ ਥਿਊਰੀ ਸੀਗੀ, ਉਸ ਦੇ ਵਿੱਚੋਂ ਪੰਜਾਬ ਨਿਕਲਿਆ। ਹੁਣ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਹੁਣ ਵੀ ਰਾਸ਼ਟਰਵਾਦ ਦੀ ਗੱਲ ਹੋ ਰਹੀ ਹੈ, ਇੱਕ ਪਾਸੇ ਰਾਸ਼ਟਰਵਾਦ ਦੀ ਗੱਲ ਹੋ ਰਹੀ ਹੈ, ਔਰ ਜਿਸ ਤਰ੍ਹਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਔਰ ਜਿਸ ਢੰਗ ਦੇ ਨਾਲ ਹੋ ਰਿਹਾ ਸਾਰਾ, ਔਰ ਦੂਸਰੇ ਪਾਸੇ ਹੁਣ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਸ ਤਰ੍ਹਾਂ ਜਿਹੜੀ ਅਪੀਲ ਕੀਤੀ ਗਈ ਹੈ, ਇਹਨਾਂ ਦੋਨਾਂ ਦੇ ਵਿੱਚ ਤੁਸੀਂ ਕੋਈ
ਦੇਖਦੇ ਹੋ ਕਿ ਕੀ ਕੰਪੈਰੀਜ਼ਨ ਹੈ ਕਿਸ ਤਰ੍ਹਾਂ, ਕਿਉਂਕਿ ਜਿਹੜਾ ਅਕਾਲ ਤਖਤ ਦੇ ਜਥੇਦਾਰ ਦੀ ਅਪੀਲ ਹੈ ਉਹ ਤਾਂ ਲੱਗਦੀ ਹੈ ਕਿ ਜਿਸ ਤਰ੍ਹਾਂ ਜਿਹੜੇ ਭਾਈਚਾਰੇ ਸਾਰੇ ਪਹਿਲਾਂ ਸੀ ਉਹਨਾਂ ਨੂੰ ਇਕੱਠੇ ਕਰਨ ਵੱਲ, ਉਹਨਾਂ ਨੂੰ ਇੱਕ ਥਾਂ ਤੋਰਨ ਵੱਲ, ਤੇ ਉਹਨਾਂ ਦੀ ਜਿਹੜੀ ਸਾਰੀ ਉਦੋਂ ਨੁਕਸਾਨ ਹੋਇਆ ਉਹ ਸਾਰੇ ਨੂੰ ਇੱਕ ਸਾਂਝੇ ਤੌਰ ਤੇ ਉਹਨੂੰ ਇੱਕ ਯਾਦ ਕਰਕੇ ਤੇ ਇੱਕ ਉਹਦੇ ਤੋਂ ਸਬਕ ਸਿੱਖਣ ਦੀ ਗੱਲ ਹੋ ਰਹੀ ਹੈ। ਤੇ ਦੂਸਰੇ ਪਾਸੇ ਜਿਹੜਾ ਦੂਸਰੇ ਰਾਸ਼ਟਰਵਾਦ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹਦੇ ਵਿੱਚ ਜੋ ਕੁਝ ਅਸੀਂ ਦੇਖ ਰਹੇ ਹਾਂ ਪਿਛਲੇ ਸਮੇਂ ਦੇ ਅੰਦਰ ਵਾਪਰ ਰਿਹਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਦੋਨਾਂ ਚੀਜ਼ਾਂ? ਦੇਖੋ, ਜਿਹੜਾ ਦਿੱਲੀ ਤੋਂ ਇੱਕ ਵੱਡੇ ਰਾਸ਼ਟਰਵਾਦ ਦੀ ਗੱਲਬਾਤ ਹੋ ਰਹੀ ਹੈ, ਘਰ ਘਰ ਤਿਰੰਗੇ ਦੀ ਗੱਲ ਹੋ ਰਹੀ ਹੈ, ਇਹ ਉਹੀ 47 ਵਾਲਾ ਜਿਹੜਾ 47 ਦੀ ਵੰਡ ਵਾਲਾ ਜਿਹੜਾ ਰਾਸ਼ਟਰਵਾਦ ਹੈ ਉਹ ਉਸ ਨੂੰ ਖੜਾ ਕਰ ਰਹੇ ਆ। ਤੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਇਹ ਸੱਦਾ ਦਿੱਤਾ, ਇਹ ਉਸ ਰਾਸ਼ਟਰਵਾਦ ਦੀ ਇਹ ਕਾਟ ਹੈ, ਉਸ ਰਾਸ਼ਟਰਵਾਦ ਨੂੰ ਕੱਟਿਆ, ਉਹਦੀ ਕਾਟ ਹੈ ਇੱਕ ਤਰੀਕੇ ਨਾਲ। ਇਹ ਇਸ ਗੱਲ ਦੀ ਵੀ ਕਾਟ ਹੈ ਵੀ ਪੰਜਾਬ ਦੇ ਵਿੱਚ ਕੱਲ ਜਿਹੜੇ ਸਾਰੇ ਇੱਥੇ ਜਿਹੜੇ ਸਿਮਰਜੀਤ ਸਿੰਘ ਮਾਨ ਤੇ ਹੋਰ ਕਈ ਲੋਕ ਹੈ ਇੱਥੇ ਕੇਸਰੀ ਝੰਡੇ ਨੂੰ ਖਾਲਿਸਤਾਨ ਦਾ ਝੰਡਾ ਬਣਾ ਕੇ ਪੇਸ਼ ਕਰ ਰਹੇ, ਉਹਨਾਂ ਦੀ ਵੀ ਕਾਟ ਹੈ, ਉਹਨਾਂ ਦੀ ਵੀ ਕਾਟ ਹੈ ਵੀ ਇਹ ਤੁਸੀਂ ਐਕਸਕਲੂਸਿਵ ਲੈਵਲ ਦਾ ਇੱਥੇ ਕੋਈ ਪਾਕਿਸਤਾਨ ਵਰਗੀ 75 ਸਾਲ ਪਹਿਲਾਂ ਜਿਹੜੀ ਬਣਾਈ ਸੀ ਪਾਕਿਸਤਾਨ ਦੀ, ਉਹ ਜਿਹਾ ਕੁਝ ਨਹੀਂ ਕਰ ਸਕਦੇ, ਨਾ ਕਰਨਾ ਚਾਹੀਦਾ, ਉਹਦੀ ਵੀ ਇਹ ਕਾਟ ਹੈ। ਤੁਸੀਂ ਹੁਣ ਪਾਕਿਸਤਾਨ ਦੀ ਇੱਕ ਲਾਈਨ ਦੇਖੋ, ਪਾਕਿਸਤਾਨ 75 ਦੇ ਵਿੱਚ ਹੁਣ ਚੀਕਾਂ ਮਾਰੀ ਜਾਂਦੇ, ਇਨਫਲੇਸ਼ਨ ਇੰਨਾ ਜ਼ਿਆਦਾ ਹੈ, ਪਤਾ ਨਹੀਂ ਪਾਕਿਸਤਾਨ ਇਕੱਠਾ ਰਹੂ ਕਿ ਨਾ ਰਹੂ, ਤੇ ਉੱਥੇ ਬੁਰਾ ਹਾਲ ਹੈ, ਕਰਜ਼ਈ ਹੋਇਆ ਵਾ, ਤੇ 40 ਲੱਖ ਟਨ ਐਤਕੀ ਕਣਕ ਉਹਨਾਂ ਨੇ ਇੰਪੋਰਟ ਕੀਤੀ। ਸਭ ਤੋਂ ਵੱਡਾ ਏਰੀਆ ਪੰਜਾਬ ਦਾ ਵੀਟ ਗਰੋਇੰਗ ਏਰੀਆ ਤੇ ਕਾਟਨ ਗਰੋ ਉਹਨਾਂ ਕੋਲੇ ਆ। ਤੇ ਮੇਰਾ ਮਤਲਬ ਕਹਿਣ ਦਾ ਵੀ ਸੁਪਨੇ ਦਿਖਾਏ ਸੀਗੇ ਪਾਕਿਸਤਾਨ ਨੂੰ ਵੀ ਬਣਾਉਣ ਦੇ ਵਾਲੇ ਬਾਨੀਆਂ ਨੇ ਵੀ ਇਹ ਮਦੀਨਾ ਬਣੇਗਾ ਮਸਾ ਵਾਲਾ, ਤੇ ਦੇਖ ਲਓ ਕੀ ਹਾਲ ਹੋਇਆ। ਉਹ ਠੀਕ ਹੈ ਸਿਰ ਸਾਹਿਬ, ਪਾਕਿਸਤਾਨੀ ਆਪਾਂ ਤਾਂ ਇਸ ਵੇਲੇ ਜਿਹੜੀ ਇੱਥੇ ਰਾਸ਼ਟਰਵਾਦ ਦੀ ਗੱਲ ਹੋ ਰਹੀ ਹੈ, ਔਰ ਉਸੇ ਸਮੇਂ ਦੇ ਦੌਰਾਨ ਅਕਾਲ ਤਖਤ ਦੇ ਜਥੇਦਾਰ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਸੱਦਾ ਹੈ, ਇਹਦੇ ਵਿੱਚ ਤੁਸੀਂ ਕੀ ਫਰਕ ਦੇਖਦੇ ਹੋ ਤੇ ਇਹ ਦੋਵੇਂ ਦਿਸ਼ਾਵਾਂ ਕੀ ਦਿਖਾਉਂਦੀਆਂ ਸਨ? ਦੇਖੋ, ਬਿਲਕੁਲ ਜਿਹੜਾ ਰਾਸ਼ਟਰਵਾਦ ਦਾ ਸੱਦਾ ਹੈ, ਰਾਸ਼ਟਰਵਾਦ ਦਾ ਸੱਦਾ ਹੈ, ਆਰਐਸਐਸ ਦੀ ਆਈਡੀਓਲੋਜੀ ਹੈ, ਉਹਦੀ ਇਹ ਕਾਟ ਹੈ। ਆਰਐਸਐਸ ਦੀ ਆਈਡੀਓਲੋਜੀ ਪਾਕਿਸਤਾਨ ਦੀ ਜਾਂ ਪੰਜਾਬ ਦੀ ਵੰਡ ਦੇ ਹੱਕ 'ਚ ਸੀ, ਤੇ ਵੰਡ ਦੇ ਜਿਹੜੇ ਕਤਲੇਆਮ ਸ਼ੁਰੂ ਕਰਨ 'ਚ ਆਰਐਸਐਸ ਦਾ ਵੱਡਾ ਰੋਲ ਸੀ। ਉਹਦਾ ਡਾਕੂਮੈਂਟਡ ਰੋਲ ਹੈ, ਉਹ ਕੋਈ ਮੈਂ ਨਹੀਂ ਕਹਿ ਰਿਹਾ, ਉਹ ਰੋਲ ਉਹਨਾਂ ਨੇ ਕੀਤਾ ਉਦੋਂ, ਤੇ ਇਸ ਕਰਕੇ ਉਹ ਉਸੇ ਰੋਲ ਦੇ ਵਿੱਚੋਂ ਹੀ ਆ ਜਿਹੜਾ ਕਿਸੇ ਇੱਕ ਵੱਡੀ ਕਮਿਊਨਿਟੀ ਦਾ, ਵੱਡੇ ਭਾਈਚਾਰੇ ਦਾ ਰਾਸ਼ਟਰਵਾਦ ਨਿਕਲਦਾ, ਉਸੇ ਚੋਂ ਨਿਕਲਿਆ ਇਹ। ਤੇ ਇਹ ਜਿਹੜਾ ਇਸ ਕਰਕੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਆ, ਉਹਨੇ ਜੋ ਕਾਲ ਕੀਤੀ ਹੈ ਹਿੰਦੂ, ਮੁਸਲਮਾਨ ਤੇ ਸਿੱਖ ਜਾਂ ਸਾਰੇ ਪੰਜਾਬੀ ਇਕੱਠੇ ਹੋ ਜਾਓ, ਤਾਂ ਫਿਰ ਉਹ ਜਿਹੜਾ ਦਿੱਲੀ ਦਾ ਜਿਹੜਾ ਇਹ ਦਿੱਲੀ ਤੋਂ ਆ ਰਿਹਾ ਜਿਹੜਾ ਹੋਕਾ ਹੈ, ਉਹਦੀ ਇਹ ਕਾਟ ਬਣਦਾ ਆਪਣੇ ਆਪ 'ਚ, ਤੇ ਉਸ ਨੂੰ ਕੱਟਦਾ। ਤੇ ਬਾਕੀ ਜਿਹੜਾ ਇੱਥੋਂ ਕੁਝ ਐਲੀਮੈਂਟ ਜਿਹੜੇ ਕਹਿੰਦੇ ਆ ਵੀ ਕੇਸਰੀ ਨਿਸ਼ਾਨ ਉਠਾਓ ਤੇ ਉਹਦੀ ਕਾਟ ਇਸ ਤਰੀਕੇ ਨਾਲ ਬਣਾਉਣਾ ਚਾਹੁੰਦੇ ਆ, ਉਹ ਆਪਣੇ ਆਪ 'ਚ ਛੋਟੀ ਗੱਲ ਹੈ। ਪਹਿਲੀ ਗੱਲ ਤਾਂ ਕੇਸਰੀ ਨਿਸ਼ਾਨ ਧਾਰਮਿਕ ਨਿਸ਼ਾਨ ਹੈ। ਜੇ ਕਿਤੇ ਕਿਸੇ ਨੇ ਇਹਨੂੰ ਤੁਸੀਂ ਸਿਆਸੀ ਝੰਡਾ ਬਣਾ ਕੇ, ਸਿਆਸੀ ਫਲੈਗ ਬਣਾ ਕੇ ਪੇਸ਼ ਨਹੀਂ ਕਰ ਸਕਦੇ, ਜਾਂ ਕਿਸੇ ਜਿਵੇਂ ਤਿਰੰਗੇ ਦੇ ਲੈਵਲ ਤੇ ਪੇਸ਼ ਨਹੀਂ ਕਰ ਸਕਦੇ। ਇਹ ਤਾਂ ਗੁਰਦੁਆਰਿਆਂ ਦਾ ਇਹਦੀ ਜੇ ਕਿਤੇ ਕਿਸੇ ਨੇ ਇਹਨੂੰ ਸਾੜਤਾ ਤਾਂ ਇਹ ਫਿਰ ਬੇਪਤੀ ਤੇ ਬੇਹੁਰਮਤੀ ਦਾ ਕੇਸ ਬਣੂ, ਸਿੱਖਾਂ ਦੀਆਂ ਭਾਵਨਾਵਾਂ, ਧਾਰਮਿਕ ਭਾਵਨਾਵਾਂ ਇਹਦੇ ਵਿੱਚ ਆਹਤ ਹੋਊ ਉਹਨਾਂ ਦਾ। ਇਸ ਕਰਕੇ ਇਹ ਗਲਤ ਹੈ ਜਿਹੜੇ ਸਾਰਾ ਕਰ ਰਹੇ ਆ, ਇਸ ਕਰਕੇ ਇਹਦੀ ਵੀ ਕਾਟ ਇਹ ਬਣਦਾ। ਬਾਕੀ ਇਹ ਭਾਈਚਾਰੇ ਦੀ ਜਿਹੜੀ ਟੋਟਲ ਇਹ ਸਬ ਕੰਟੀਨੈਂਟ ਦੇ ਵਿੱਚ ਟੋਟਲ ਥਿੰਕਿੰਗ ਨੂੰ ਬਦਲਦਾ ਹੈ, ਟੋਟਲ ਥਿੰਕਿੰਗ ਨੂੰ। ਜਿਵੇਂ ਹੁਣ 2 ਨੇਸ਼ਨ ਥਿਓਰੀ ਤਾਂ ਬੰਗਲਾਦੇਸ਼ ਬਣਨ ਨਾਲ ਜਨਾਬ ਹੀ ਖਤਮ ਹੋ ਗਈ, 2 ਨੇਸ਼ਨ ਥਿਓਰੀ ਤਾਂ ਉਹਦੀ ਖਤਮ ਹੋ ਗਈ ਸਾਰੀ, ਉਹਦਾ ਤਾਂ ਸਾਰਾ ਹੀਜ ਪਿਆਜ਼ ਸਭ ਦੇ ਸਾਹਮਣੇ ਆ ਗਿਆ। ਤੇ ਹੁਣ ਜਿਹੜਾ ਇਹ ਹੋਰ ਜਿਹੜੀਆਂ ਛੋਟੀਆਂ ਡਿਵੈਲਪਮੈਂਟ ਉਸ ਲੈਵਲ ਦੀਆਂ, ਕੋਈ ਇੱਥੇ ਵੀ ਸਿੱਖਾਂ ਦੇ ਨਾਂ ਦੀ ਕੋਈ ਨੇਸ਼ਨ ਸਟੇਟ ਬਣਾਉਣਾ ਚਾਹੁੰਦਾ, ਉਹਦੀ ਵੀ ਹੀਜ ਪਿਆਜ਼ ਤੁਹਾਡੇ ਸਾਹਮਣੇ ਆ ਗਏ। ਜਦੋਂ ਤੁਸੀਂ ਸਾਰੇ ਭਾਈਚਾਰੇ ਨੂੰ ਇਕੱਠੇ ਹੋ ਕੇ ਪ੍ਰੇਅਰ ਕਰਨ ਦੀ ਗੱਲ ਕਰਦੇ ਹੋ, ਤਾਂ ਤੁਸੀਂ 47 ਤੋਂ ਪਹਿਲਾਂ ਵਾਲੇ ਹਾਲਾਤਾਂ ਨੂੰ ਉਹਦੇ ਵਿੱਚ ਸਭ ਇਹ ਵੀ ਹੈ ਕਿ ਇਸ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ ਵੀ ਜਿਹੜੇ ਜੋ ਕੁਝ ਪਹਿਲਾਂ ਵਾਪਰਿਆ, ਉਹਦਾ ਵੱਖ-ਵੱਖ ਹਿਸਟੋਰੀਅਨ ਵੱਖ-ਵੱਖ ਥਾਵਾਂ ਤੇ ਉਹਨਾਂ ਦਾ ਰਿਵਿਊ ਕਰ ਰਿਹਾ ਜੋ ਕੁਝ ਹੋਇਆ, ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹੁਣ ਅਕਾਲ ਤਖਤ ਦੇ ਜਥੇਦਾਰ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ, ਇਸ ਦੇ ਅੱਗੇ ਇੱਧਰ ਵੀ ਇਸ ਤਰ੍ਹਾਂ ਦਾ ਹੁਣ ਅੱਗੇ ਵੀ ਗੱਲ ਤੁਰੇਗੀ? ਦੇਖੋ, ਇਹ ਕੋਈ ਗੱਲ ਤੁਰਦੀ ਰਹੀ ਹੈ ਪਿੱਛੇ, ਤਾਂ ਉਹਦਾ ਰਿਜ਼ਲਟ ਹੀ ਇਹ ਨਿਕਲਿਆ ਵੀ ਅਕਾਲ ਤਖਤ ਦੇ ਜਥੇਦਾਰ ਨੇ ਕਾਲ ਦਿੱਤੀ ਹੈ। ਇਹ ਕੋਈ ਸਡਨਲੀ ਨਹੀਂ ਹੋਇਆ ਸਾਰਾ ਕੁਝ, ਇਸ ਕਿਸਮ ਦੀ ਗੱਲ ਚੱਲਦੀ ਆਈ ਸੀ। ਅਸੀਂ ਕੇਂਦਰੀ ਸਿੰਘ ਸਭਾ ਵੱਲੋਂ ਅਸੀਂ ਹਰ ਸਾਲ ਦੇ ਇਹ ਪਛਚਾਤਾਪ ਦਿਵਸ ਦੇ ਲੈਵਲ ਤੇ ਮਨਾਉਂਦੇ ਰਹੇ ਹਾਂ। ਇਹ ਗੱਲ ਉੱਭਰੀ ਵੀ ਸੀ
ਇਸ ਸਾਈਡ ਵੀ ਚੜ੍ਹਦੇ ਪੰਜਾਬ 'ਚ ਵੀ ਤੇ ਲਹਿੰਦੇ ਪੰਜਾਬ 'ਚ, ਦੋਨਾਂ ਦੇ ਚਿੰਤਕਾਂ ਵੱਲੋਂ ਇਸ ਗੱਲ ਉੱਤੇ ਮੁਤਾਲਿਆ, ਇਸ ਗੱਲ ਉੱਤੇ ਇਹ ਮੁਲਾਂਕਣ ਦੁਆਰਾ ਕੀਤਾ ਜਾ ਰਿਹਾ ਵੀ ਇਹ ਹੋ ਕੀ ਗਿਆ ਸੀ ਸਡਨਲੀ। ਅਸੀਂ ਤਾਂ 5000 ਸਾਲ ਦੇ ਇਕੱਠੇ ਰਹਿੰਦੇ ਲੋਕ ਕਿਵੇਂ ਅਲੱਗ-ਅਲੱਗ ਹੋ ਗਏ ਪੰਜਾਬੀ। ਇਸ ਗੱਲ ਦੀ ਸਾਰੀ ਸੋਚ ਦੁਆਰਾ ਹੋਈ ਹੈ, ਇਹ ਰੁਕ ਨਹੀਂ ਸਕਦੀ। ਇਹ ਠੀਕ ਹੈ, ਉਹਦੇ 'ਚ ਇਜ਼ਾਫਾ ਹੋਏਗਾ, ਵਾਧਾ ਹੋਏਗਾ ਅਕਾਲ ਤਖਤ ਦੇ ਜਥੇਦਾਰ ਨਾਲ ਤੇ ਅਕਾਲ ਦੇਣ ਨਾਲ ਉਹਦੇ ਸੱਦੇ ਤੇ ਉਹ ਬੜੀ ਤੇਜ਼ੀ ਨਾਲ ਇਹ ਗੱਲ ਲੋਕਾਂ ਤੱਕ ਪਹੁੰਚੇਗੀ ਔਰ ਇੰਟਰਨੈਸ਼ਨਲ ਲੈਵਲ ਤੇ ਪਹੁੰਚੇਗੀ। ਦੂਜੀ ਗੱਲ, ਇਹ ਅਕਾਲ ਤਖਤ ਦੇ ਜਥੇਦਾਰ ਦਾ ਸੱਦਾ ਜਿਹੜਾ ਇਹ ਅਕਾਲ ਤਖਤ ਦੇ ਜਥੇਦਾਰ ਵੱਲੋਂ ਦਿੱਤਾ ਵਾ ਸੱਦਾ, ਇਹ ਦੂਰ ਦੂਰ ਤੱਕ ਤਾਂ ਜਾਏਗਾ ਹੀ ਕਿ ਨਾ, ਸਾਰੇ ਸਿੱਖਾਂ ਤੱਕ ਜਾਏਗਾ, ਡਾਇਸਪੋਰਾ ਤੱਕ ਵੀ ਜਾਏਗਾ। ਤੇ ਇਸ ਕਰਕੇ ਇਸ ਗੱਲ ਦਾ ਬਹੁਤ ਮਹੱਤਵ ਹੈ। ਸਭ ਇਹਦਾ ਕੋਈ ਪਾਕਿਸਤਾਨ 'ਚ ਵੀ ਅਸਰ ਦੇਖਣ ਨੂੰ ਮਿਲਿਆ ਇਸ ਸੱਦੇ ਦਾ? ਪਹਿਲੇ ਪਾਕਿਸਤਾਨ ਵੱਲੋਂ ਵੀ ਰਿਸਪੌਂਸ ਆ ਰਹੇ ਆ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਇਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ। ਇਹ ਸਾਰੇ ਇੰਗਲੈਂਡ ਤੋਂ ਵੀ ਆ ਰਿਹਾ ਇਹਦੇ ਬਾਰੇ ਮਸਲੇ। ਹੁਣ ਤਾਂ ਸਾਰਾ ਚੱਲ ਪਿਆ ਇਹਦੇ ਲਈ ਇਹ ਗੱਲਬਾਤ, ਬਾਕੀ ਦੁਆਰਾ ਮੁਲਾਂਕਣ ਕਰ ਰਿਹਾ। ਜਦੋਂ ਤੁਸੀਂ ਦੁਆਰਾ ਮੁਲਾਂਕਣ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਸਲਾਮਾਬਾਦ ਦੇ ਰੂਲਰ ਤੇ ਦਿੱਲੀ ਦੇ ਰੂਲਰ ਹੋਰ ਤਰੀਕੇ ਨਾਲ ਸੋਚਦੇ ਆ ਤੇ ਲੋਕ ਹੋਰ ਤਰੀਕੇ ਨਾਲ ਸੋਚਣ ਲੱਗ ਗਏ। ਲੋਕ ਸ਼ਕਤੀ ਡਿਫਰੈਂਟ ਲੈਵਲ ਤੇ ਡਾਇਰੈਕਸ਼ਨ 'ਚ ਚੱਲ ਪਈ ਹੈ ਤੇ ਜਿਹੜੇ ਰੂਲਰ ਹੈ ਉਹ ਆਪਣਾ ਪਹਿਲੇ ਵਾਲਾ ਹੀ 75 ਸਾਲ ਪਹਿਲਾਂ ਵਾਲਾ ਏਜੰਡਾ ਲੋਕਾਂ ਉੱਤੇ ਫਿਰ ਦੁਬਾਰਾ ਕਾਇਮ ਰੱਖਣਾ ਚਾਹੁੰਦੇ ਆ, ਜਾਂ ਉਸੇ ਤਰੀਕੇ ਨਾਲ ਠੋਸ ਕੇ ਰੱਖਣਾ ਚਾਹੁੰਦੇ ਆ। ਆਪਣੇ ਸਾਹਿਬ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੋ ਰਿਹਾ, ਕੋਈ ਹੋਰ ਤੁਸੀਂ ਗੱਲ ਇਹਦੇ ਤੇ ਕਹਿਣੀ ਹੋਵੇ ਤੇ? ਮੈਂ ਇੰਨੀ ਕਹਿਣਾ ਵੀ ਇਹ ਆਪਣੇ ਆਪ ਵਿੱਚ ਬਹੁਤ ਹੀ ਤਕੜੀ ਗੱਲ ਹੋਈ ਹੈ, ਚੰਗੀ ਗੱਲ ਹੋਈ ਹੈ। ਤੇ ਇਹ ਜਿਹੜਾ ਪਹਿਲ ਕਦਮੀ ਕੀਤੀ ਹੈ ਅਕਾਲ ਤਖਤ ਦੇ ਜਥੇਦਾਰ, ਇਹਦੇ ਉਮੀਦ ਹੈ ਵੀ ਦੂਜੇ ਧਰਮਾਂ ਦੇ ਜਿਹੜੇ ਵੱਡੇ ਬੰਦੇ ਆ, ਜਿਹੜੇ ਸਨਮਾਨਿਤ ਜਿਹੜੀਆਂ ਹਸਤੀਆਂ ਦੂਜੇ ਧਰਮਾਂ ਦੀਆਂ, ਉਹ ਵੀ ਇਹਦੇ ਰਿਸਪੌਂਸ ਵਿੱਚ ਕੋਈ ਨਾ ਕੋਈ ਗੱਲ ਕਰਨਗੀਆਂ, ਅਰਦਾਸਾਂ ਕਰਨ। ਇਹੀ ਸਾਡੀ ਉਹਨਾਂ ਨੂੰ ਸਭ ਨੂੰ ਅਪੀਲ ਹੈ। ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਉਹਨਾਂ ਦੋਸਤਾਂ ਨੂੰ ਜੇ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਔਰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ।